ਸਵੰਜ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਵਾਲੀ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੀ ਹਿਸਟਰੀ ਦੇ ਬਾਰੇ ਜਿਹੜੇ ਹੈ MCQ ਡਿਸਕਸ ਕਰਾਂਗੇ ਜੋ ਕਿ 25 ਰਹਿਣਗੇ, ਜੋ ਸਪੈਸ਼ਲੀ ਤੁਹਾਨੂੰ ਪੀਐਸਟੇਟ ਐਗਜ਼ਾਮ ਦੇ ਲਈ ਹੈਲਪਫੁਲ ਰਹਿਣਗੇ। ਸੋ ਪਾਰਟ ਨੰਬਰ ਫਸਟ ਰਹੇਗਾ, ਇਸ ਦੇ ਵਿੱਚੋਂ ਕਾਫੀ ਸਾਰੇ ਜਿਹੜੇ ਕੁਐਸਚਨ ਉਹ ਬਣਦੇ ਹੈਗੇ ਨੇਗੇ। ਸੋ ਅੱਜ ਆਪਾਂ ਹਿਸਟਰੀ ਜੋ ਬੈਕਗਰਾਉਂਡ ਜੋ ਐਕਟ ਰਹੇ ਹੈਗੇ ਨੇਗੇ ਉਹਨਾਂ ਦੀ ਗੱਲ ਕਰਾਂਗੇ ਜੋ ਕਿ ਪੇਪਰ ਦੇ ਪੱਖ ਤੋਂ ਕਾਫੀ ਜ਼ਿਆਦਾ ਇੰਪੋਰਟੈਂਟ ਰਹਿਣਗੇ। ਸੋ ਪੋਲੀਟੀਕਲ ਸਾਇੰਸ ਦਾ ਹੈ ਜੀ, ਸਪੈਸ਼ਲੀ ਪੀਐਸਟੇਟ ਦਾ ਵਿੱਚ ਰਹੇਗਾ। ਔਰ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਜੇਕਰ ਤੁਸੀਂ ਇਹਨਾਂ ਕਲਾਸਿਸ ਦੀ ਥਿਊਰੀ ਕਲਾਸ ਦੇਖਣਾ ਚਾਹੁੰਦੇ ਹੋ ਜਾਂ ਉਹਨਾਂ ਦੀ PDF ਕਲੈਕਟ ਕਰਨਾ ਚਾਹੁੰਦੇ ਹੋ, ਇਸ ਤੋਂ ਇਲਾਵਾ ਟੈਸਟ ਵਗੈਰਾ ਜਿਹੜੇ ਜੁਆਇਨ ਕਰਨਾ ਚਾਹੁੰਦੇ ਆ ਤਾਂ ਤੁਸੀਂ ਰਮਨ ਇੰਸਟੀਚਿਊਟ ਨਾਮ ਦੀ ਜਿਹੜੀ ਐਪ ਹੈ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ ਤੇ ਉਸ ਦੇ ਉੱਪਰ ਜਾ ਕੇ ਇਹ ਸਾਰਾ ਕੋਰਸ ਜਿਹੜਾ ਹੈ ਉਹ ਪਰਚੇਜ਼ ਕਰ ਸਕਦੇ ਹੈਗੇ ਹੋ, ਜਿਸ ਦੇ ਵਿੱਚ ਤੁਹਾਨੂੰ ਥਿਊਰੀ ਕਲਾਸਿਸ PDF ਅਤੇ ਟੈਸਟ ਜਿਹੜੇ ਹੈ ਉਹ ਅਵੇਲੇਬਲ ਰਹਿਣਗੇ, ਜਿਹਦੇ ਵਿੱਚ ਪੀਐਸਟੇਟ ਮਾਸਟਰ ਕੇਡਰ ਤੇ ਲੈਕਚਰਰ ਕੇਡਰ ਦੇ ਤੁਹਾਨੂੰ ਕੋਰਸਿਸ ਪ੍ਰੋਵਾਈਡ ਕੀਤੇ ਗਏ ਹੈਗੇ ਨੇ। शुरू करते हैं जी अज का सैशन। अज का फर्स्ट क्वेश्चन रहेगा इंडियन कॉन्स्टिट्यूशन का। 1932 ਦੇ ਵਿੱਚ ਡਾਕਟਰ BR ਅੰਬੇਦਕਰ ਤੇ ਮਹਾਤਮਾ ਗਾਂਧੀ ਦੇ ਵਿਚਕਾਰ ਇੱਕ ਸਮਝੌਤਾ ਹੋਇਆ ਸੀਗਾ। ਉਸ ਸਮਝੌਤੇ ਨੂੰ ਪੂਨਾ ਸਮਝੌਤੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸਮਝੌਤੇ ਦੇ ਨਾਲ ਕੀ ਚੀਜ਼ ਸ਼ਾਮਲ ਕੀਤੀ ਗਈ ਸੀ ਜਾਂ ਕੀ ਮੇਨ ਇਫੈਕਟ ਪਿਆ ਸੀਗਾ ਉਸ ਬਾਰੇ ਆਪਾਂ ਦੱਸਣਾ ਹੈ। ਸੋ ਪਹਿਲਾ ਹੈ ਕਿ ਭਾਰਤ ਲਈ ਡੋਮੀਨੀਅਨ ਦਰਜਾ ਜਿਹੜਾ ਹੈ ਉਸ ਦੀ ਗੱਲ ਕੀਤੀ ਗਈ, ਜਾਂ ਫਿਰ ਮੁਸਲਮਾਨਾਂ ਦੇ ਲਈ ਇੱਕ ਵੱਖਰੇ ਚੋਣ ਹਲਕੇ ਦਾ ਪ੍ਰਬੰਧ ਕਰਨਾ ਸੀ, ਜਾਂ ਤੀਸਰਾ ਆਪਸ਼ਨ ਹੈ ਹਰੀਜਨਾਂ ਦੇ ਲਈ ਇੱਕ ਵੱਖਰੇ ਚੋਣ ਖੇਤਰ ਜਾਂ ਹਲਕੇ ਦਾ ਪ੍ਰਬੰਧ ਕਰਨਾ ਸੀ, ਤੇ ਚੌਥਾ ਆਪਸ਼ਨ ਹੈ ਜੀ ਹਰੀਜਨਾਂ ਦੇ ਲਈ ਰਾਖਵਾਂਕਰਨ ਸਮੇਤ ਸਾਂਝੇ ਚੋਣ ਹਲਕੇ ਦੀ ਵਿਵਸਥਾ ਕਰਨਾ। ਸਿੱਧਾ ਵੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਕਿ ਪੂਨਾ ਸਮਝੌਤਾ ਕਦੋਂ ਹੋਇਆ ਸੀਗਾ, ਤਾਂ ਇਹ 1932 ਦੇ ਵਿੱਚ ਹੋਇਆ ਸੀ। ਡਾਕਟਰ BR ਅੰਬੇਦਕਰ ਤੇ ਮਹਾਤਮਾ ਗਾਂਧੀ ਦੋਨਾਂ ਖਾਸ ਪਰਸਨੈਲਿਟੀਆਂ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ ਤੇ ਇਸ ਸਮਝੌਤੇ ਦੇ ਨਾਲ ਹਰੀਜਨਾਂ ਦੇ ਲਈ ਰਿਜ਼ਰਵੇਸ਼ਨ ਯਾਨੀ ਕਿ ਰਾਖਵੇਂਕਰਨ ਦੇ ਸਮੇਤ ਸਾਂਝੇ ਚੋਣ ਇਲਾਕੇ ਯਾਨੀ ਕਿ ਇਲੈਕਸ਼ਨ ਸ਼ੀਟਸ ਦੀ ਜਿਹੜੀ ਗੱਲ ਕੀਤੀ ਗਈ, ਸਾਂਝੇ ਦੀ ਗੱਲ ਕੀਤੀ ਗਈ ਸੀ, ਮਤਲਬ ਕੋਈ ਸੰਪਰਦਾਇਕ ਨਹੀਂ ਸੀਗਾ, ਬਟ ਜਿਹੜੇ ਹਰੀਜਨ ਸੀਗੇ SC ST ਕਮਿਊਨਿਟੀਆਂ ਉਹਨਾਂ ਦੇ ਰਾਖਵੇਂਕਰਨ ਰਿਜ਼ਰਵੇਸ਼ਨ ਦੀ ਜਿਹੜੀ ਗੱਲ ਹੈ ਉਹ ਜ਼ਰੂਰ ਇਸ ਦੇ ਵਿੱਚ ਕੀਤੀ ਗਈ ਸੀ। ਸੋ ਕਾਫੀ ਇੰਪੋਰਟੈਂਟ ਐਕਟ ਹੈ, ਸਮਝੌਤਾ ਹੈ, 1932 ਦੇ ਵਿੱਚ ਹੋਇਆ ਹੈ। ਪੂਨਾ ਸਮਝੌਤਾ ਕਹਾਉਂਦਾ ਹੈ ਡਾਕਟਰ BR ਅੰਬੇਦਕਰ ਤੇ ਮਹਾਤਮਾ ਗਾਂਧੀ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀਗਾ। ਨੈਕਸਟ ਹੈ ਜੀ 2 ਨੰਬਰ ਕੁਐਸਚਨ। ਉਹ ਕਿਹੜਾ ਕਾਨੂੰਨ ਸੀ ਜਿਸ ਨੇ ਭਾਰਤ ਦੇ ਵਿੱਚ ਸ਼ਕਤੀ ਨੂੰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਤੋਂ ਬ੍ਰਿਟਿਸ਼ ਕਰਾਊਨ ਮੀਨਜ਼ ਤਾਜ ਦੇ ਵਿੱਚ ਤਬਦੀਲ ਕਰ ਦਿੱਤਾ ਸੀਗਾ? ਭਾਰਤ ਸਰਕਾਰ ਐਕਟ 1833, ਭਾਰਤ ਸਰਕਾਰ ਐਕਟ 1835, ਭਾਰਤ ਸਰਕਾਰ ਐਕਟ 1947, ਭਾਰਤ ਸਰਕਾਰ ਐਕਟ 1858। ਇਸ ਐਕਟ ਦੇ ਅਧੀਨ ਪਹਿਲਾਂ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ ਉਸ ਦੀ ਸ਼ਕਤੀ, ਉਹਦੀ ਪਾਵਰ ਜਿਹੜੀ ਸੀਗੀ ਉਸ ਨੂੰ ਕਨਵਰਟ ਕਰ ਦਿੱਤਾ ਗਿਆ ਸੀਗਾ ਜੀ ਬ੍ਰਿਟਿਸ਼ ਕਰਾਊਨ ਮੀਨਜ਼ ਕਿ ਮਹਾਰਾਣੀ ਜਾਨੀ ਰਾਜਾ ਜਾਂ ਮਹਾਰਾਣੀ ਦੇ ਅਧੀਨ ਕਰ ਦਿੱਤਾ ਸੀਗਾ। ਬ੍ਰਿਟਿਸ਼ ਕਰਾਊਨ ਜਾਨੀ ਤਾਜ ਦੇ ਅਧੀਨ ਕਰ ਦਿੱਤਾ ਗਿਆ ਸੀ। ਇਹ ਕਿਹੜੇ ਐਕਟ ਦੇ ਅਧੀਨ ਹੋਇਆ ਸੀਗਾ ਜੀ? ਸੋ ਇਹ ਐਕਟ ਸੀਗਾ ਭਾਰਤ ਸਰਕਾਰ ਐਕਟ 1858। ਸੋ ਇਸ ਐਕਟ ਦੇ ਅਧੀਨ ਜਿਹੜਾ ਹੈ ਜਿਹੜੀ ਪਹਿਲਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸ਼ਾਸਨ ਕਰ ਰਹੀ ਸੀਗੀ, ਹੁਣ ਉੱਥੇ ਹੀ ਇੰਗਲੈਂਡ ਦੀ ਰਾਣੀ ਭਾਰਤ ਦੇ ਵਿੱਚ ਸਿੱਧਾ ਸ਼ਾਸਨ ਜਿਹੜਾ ਹੈ ਉਹ ਕਰ ਰਹੀ ਸੀ, ਕਿਉਂਕਿ ਹੁਣ ਸਾਰਾ ਕੁਝ ਜਿਹੜਾ ਹੈ ਉਹ ਮਹਾਰਾਣੀ ਜਾਂ ਰਾਜੇ ਦੇ ਅਧੀਨ ਆ ਚੁੱਕਿਆ ਸੀਗਾ। ਇਸ 1858 ਦੇ ਐਕਟ ਦੇ ਅਧੀਨ ਭਾਰਤ ਦੇ ਵਿੱਚ ਇੱਕ ਹੋਰ ਵਿਵਸਥਾ ਸ਼ੁਰੂ ਹੁੰਦੀ ਹੈਗੀ ਆ ਕਿ ਜਿਹੜਾ ਪਹਿਲਾਂ ਭਾਰਤ ਦਾ ਗਵਰਨਰ ਜਨਰਲ ਹੁੰਦਾ ਸੀਗਾ 1858 ਤੋਂ ਪਹਿਲਾਂ, ਤੇ 1858 ਦੇ ਐਕਟ ਦੇ ਅਧੀਨ ਹੁਣ ਭਾਰਤ ਦੇ ਵਿੱਚ ਵਾਇਸਰਾਏ ਦਾ ਜਿਹੜਾ ਆਉਂਦਾ ਹੈ ਉਸ ਦੀ ਸ਼ੁਰੂਆਤ ਹੁੰਦੀ ਹੈਗੀ ਆ। ਓਕੇ, ਯਾਨੀ ਕਿ ਗਵਰਨਰ ਜਨਰਲ ਨੂੰ ਜਿਹੜਾ ਹੈ ਵਾਇਸਰਾਏ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ। ਇਹ 1858 ਦਾ ਹੀ ਐਕਟ ਸੀਗਾ ਤੇ ਬਾਅਦ ਦੇ ਵਿੱਚ ਇਹ ਤਕਰੀਬਨ
ਅੰਤ ਦੇ ਵਿੱਚ 1947 ਤੱਕ ਵਾਇਸਰਾਏ ਹੀ ਚੱਲਦਾ ਰਿਹਾ ਸੀਗਾ। ਓਕੇ, ਸੋ ਕਾਫੀ ਇੰਪੋਰਟੈਂਟ ਹੈ, ਵੀ ਯਾਦ ਰੱਖਿਓ। ਨੈਕਸਟ ਹੈ ਜੀ, ਇਹਨਾਂ ਦੇ ਵਿੱਚੋਂ ਕਿਹੜੇ ਐਕਟ ਨੇ ਭਾਰਤ ਦੇ ਗਵਰਨਰ ਜਨਰਲ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਜਾਂ ਅਧਿਕਾਰ ਦਿੱਤਾ ਸੀ? ਚਾਰਟਰ ਐਕਟ 1833, ਭਾਰਤੀ ਪ੍ਰੀਸ਼ਦ ਐਕਟ 1861, ਭਾਰਤੀ ਪ੍ਰੀਸ਼ਦ ਐਕਟ 1892 ਜਾਂ ਫਿਰ ਭਾਰਤੀ ਪ੍ਰੀਸ਼ਦ ਐਕਟ 1909। ਸੋ ਇਸ ਜਾਨੀ ਕਿ ਗਵਰਨਰ ਜਨਰਲ ਜਿਹੜਾ ਸੀ ਭਾਰਤ ਦਾ ਬਈ, ਉਸ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਸੀ ਕਿਸ ਆਰਟੀਕਲ ਦੇ, ਸੌਰੀ ਕਿਸ ਐਕਟ ਦੇ ਅਧੀਨ? ਸੋ ਇਹ ਸੀਗਾ ਜੀ ਭਾਰਤੀ ਪ੍ਰੀਸ਼ਦ ਐਕਟ 1861। ਸੋ ਇਸ ਐਕਟ ਦੇ ਅਧੀਨ ਜਿਹੜਾ ਹੈ ਇੱਥੇ ਗਵਰਨਰ ਜਨਰਲ ਨੂੰ ਆਰਡੀਨੈਂਸ ਜਾਰੀ ਕਰਨ ਦੀ ਸ਼ਕਤੀ ਦਿੱਤੀ ਗਈ ਸੀ। ਤੇ ਨਾਲ ਹੀ ਯਾਦ ਰੱਖਿਓ ਕਿ ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਮੰਤਰੀ ਮੰਡਲ ਦੀ ਵੀ ਨੀਂਹ ਰੱਖੀ ਗਈ ਸੀਗੀ, ਯਾਨੀ ਮੰਤਰੀ ਮੰਡਲ ਦੀ ਸ਼ੁਰੂਆਤ ਹੋ ਚੁੱਕੀ ਸੀਗੀ ਜੀ ਇਸ ਐਕਟ ਦੇ ਅਧੀਨ। ਓਕੇ, ਮੰਤਰੀ ਮੰਡਲ ਦੀ ਨੀਂਹ ਜਾਂ ਸਥਾਪਨਾ ਜਾਂ ਸ਼ੁਰੂਆਤ। ਓਕੇ, ਨੈਕਸਟ ਹੈ ਜੀ ਕੁਐਸਚਨ ਨੰਬਰ 4। ਇਹ ਸਿਧਾਂਤ ਹੈ ਕਿ ਆਜ਼ਾਦ ਭਾਰਤ ਦੇ ਲਈ ਨਵਾਂ ਸੰਵਿਧਾਨ ਬਣਾਉਣਾ ਮੁੱਢਲੇ ਤੌਰ ਤੇ ਭਾਵੇਂ ਇਕੱਲਾ ਨਹੀਂ, ਭਾਰਤੀਆਂ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਨੂੰ ਸਭ ਤੋਂ ਪਹਿਲਾਂ ਹੇਠ ਲਿਖਿਆਂ ਦੇ ਵਿੱਚੋਂ ਕਿਸ ਨੇ ਅਪਣਾਇਆ ਜਾਂ ਅਪਣਾਇਆ ਗਿਆ ਸੀਗਾ? ਕਿਸ ਦੇ ਵਿੱਚ ਅਪਣਾਇਆ ਗਿਆ ਸੀ? ਭਾਰਤ ਸਰਕਾਰ ਐਕਟ 1935, ਲਿਨਲਿਥਗੋ ਦੀ ਅਗਸਤ ਪ੍ਰਸਤਾਵ ਜਾਂ ਫਿਰ ਕ੍ਰਿਪਸ ਮਿਸ਼ਨ ਜਾਂ ਫਿਰ ਕੈਬਨਿਟ ਮਿਸ਼ਨ? ਸਵਾਲ ਇਹ ਹੈ ਕਿ ਜਦੋਂ ਭਾਰਤ ਆਜ਼ਾਦ ਹੋ ਗਿਆ ਸੀਗਾ, ਆਜ਼ਾਦ ਭਾਰਤ ਦੇ ਲਈ ਜਿਹੜਾ ਸੰਵਿਧਾਨ ਬਣਾਉਣਾ, ਨਵਾਂ ਸੰਵਿਧਾਨ ਬਣਾਉਣਾ ਹੈ, ਇਹ ਭਾਰਤੀਆਂ ਦੀ ਜ਼ਿੰਮੇਵਾਰੀ ਸੀ। ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਇੰਗਲਿਸ਼ ਯਾਨੀ ਬ੍ਰਿਟਿਸ਼ ਲੋਕ ਸੀਗੇ, ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਭਾਰਤ ਦੇ ਲਈ ਸੰਵਿਧਾਨ ਬਣਾਇਆ ਜਾਵੇ, ਬਟ ਭਾਰਤੀ ਨੇਤਾ ਸੀਗੇ ਜਿਹੜੇ, ਉਹ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਸੀਗੇ ਕਿ ਮਤਲਬ ਸਾਡੇ ਲਈ ਕੋਈ ਜਿਹੜਾ ਸਾਡੇ ਦੇਸ਼ ਲਈ ਕੋਈ ਹੋਰ ਸੰਵਿਧਾਨ ਬਣਾਵੇ ਜਾਂ ਕੁਝ ਹੋਰ ਰੂਲ ਰੈਗੂਲੇਸ਼ਨ ਬਣਾਵੇ। ਇਸ ਲਈ ਉਹ ਚਾਹੁੰਦੇ ਸੀ ਕਿ ਸਾਡੇ ਭਾਰਤ ਵਾਸੀ ਸਾਡੇ ਭਾਰਤ ਬਾਰੇ ਜਾਣਦੇ ਨੇ, ਉਹਨਾਂ ਦੇ ਕਲਚਰ ਬਾਰੇ ਜਾਣਦੇ ਹੈਗੇ, ਤਾਂ ਉਹ ਆਪਣੇ ਭਾਰਤ ਦੇ ਪ੍ਰਤੀ ਆਪ ਖੁਦ ਕਾਨੂੰਨ ਯਾਨੀ ਸੰਵਿਧਾਨ ਬਣਾਉਣਗੇ। ਇਹਦੀ ਵਿਸਤਾ ਜੇ ਸਭ ਤੋਂ ਪਹਿਲਾਂ ਕਿਸ ਐਕਟ ਦੇ ਅਧੀਨ ਹੋਣ ਦੇ ਵਿੱਚ ਆਈ ਸੀ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕ ਹੀ ਬਣਾਉਣਗੇ, ਯਾਨੀ ਕਿ ਭਾਰਤੀਆਂ ਦੀ ਹੀ ਜ਼ਿੰਮੇਵਾਰੀ ਰਹੇਗੀ। ਸੋ ਇਹ ਐਕਟ ਸੀਗਾ ਜੀ, ਸੌਰੀ ਇਸ ਨੂੰ ਕਿਹਾ ਜਾ ਸਕਦਾ ਹੈ ਕਿ ਇਹ ਲਿਨਲਿਥਗੋ ਦਾ ਜਿਹੜਾ ਹੈ ਐਕਟ ਕਹਾਉਂਦਾ ਹੈ, ਜਾਂ ਇਸ ਨੂੰ ਅਗਸਤ ਪ੍ਰਸਤਾਵ ਵੀ ਕਹਿ ਦਿੰਦੇ ਹੈਗੇ ਆ। ਸੋ ਇਸ ਦੇ ਅਧੀਨ ਸ਼ੁਰੂਆਤ ਹੋਈ ਸੀਗੀ ਕਿ ਭਾਰਤ ਦਾ ਸੰਵਿਧਾਨ ਭਾਰਤ ਦੇ ਲੋਕਾਂ ਯਾਨੀ ਭਾਰਤ ਦੇ ਵਿਅਕਤੀਆਂ ਦੇ ਦੁਆਰਾ ਹੀ ਬਣਾਇਆ ਜਾਊਗਾ। ਇਹਨੂੰ ਅਗਸਤ ਪ੍ਰਸਤਾਵ ਵੀ ਕਹਿੰਦੇ ਆ। ਸਾਲ 1942 ਦੇ ਦਰਮਿਆਨ ਜਿਹੜਾ ਇਹ ਹੋਂਦ ਦੇ ਵਿੱਚ ਆਇਆ ਸੀਗਾ। ਓਕੇ, ਲਿਨਲਿਥਗੋ ਜਿਹੜਾ ਸੀ ਉਹ ਇਸ ਸਮੇਂ ਦੇ ਵਿੱਚ ਵਾਇਸਰਾਏ ਸੀ ਨਾ, ਸੋ ਉਸ ਕਰਕੇ ਇਹਨੂੰ ਇਹ ਵੀ ਕਹਿ ਦਿੰਦੇ ਹੈਗੇ ਨੇਗੇ। ਨੈਕਸਟ ਹੈ ਜੀ 5 ਨੰਬਰ, ਰੈਗੂਲੇਟਿੰਗ ਐਕਟ ਪਾਸ ਕੀਤਾ ਗਿਆ ਸੀ 1773 ਦੇ ਵਿੱਚ, 1771 ਦੇ ਵਿੱਚ, 1785 ਦੇ ਵਿੱਚ ਜਾਂ 1793 ਦੇ ਵਿੱਚ? ਭਾਰਤੀ ਇਤਿਹਾਸ ਦੇ ਵਿੱਚ ਭਾਰਤ ਦੇ ਲਈ ਕਾਨੂੰਨ ਬਣਾਉਣ ਦਾ ਸਿਸਟਮ ਜੇਕਰ ਆਪਾਂ ਗੱਲ ਕਰੀਏ ਬ੍ਰਿਟਿਸ਼ ਸਰਕਾਰ ਦੇ ਦੁਆਰਾ, ਸਭ ਤੋਂ ਪਹਿਲਾਂ ਜਿਹੜਾ ਸ਼ੁਰੂਆਤ ਹੁੰਦਾ ਹੈ ਉਹ ਰੈਗੂਲੇਟਿੰਗ ਐਕਟ ਤੋਂ ਹੁੰਦਾ ਹੈ। ਇਹ ਭਾਰਤੀ ਇਤਿਹਾਸ ਦੇ ਵਿੱਚ ਪਹਿਲਾ ਐਕਟ ਸੀਗਾ ਜੋ ਬ੍ਰਿਟਿਸ਼ ਸਰਕਾਰ ਦੇ ਦੁਆਰਾ ਬਣਾਇਆ ਗਿਆ ਸੀਗਾ। ਇਸ ਐਕਟ ਨੂੰ ਪਾਸ ਕੀਤਾ ਗਿਆ ਸੀਗਾ 1773 ਦੇ ਵਿੱਚ। 1773 ਦੇ ਵਿੱਚ ਇਸ ਨੂੰ ਪਾਸ ਕੀਤਾ ਗਿਆ ਸੀ ਤੇ ਬ੍ਰਿਟਿਸ਼ ਦੇ ਦੋਨਾਂ ਸਦਨਾਂ ਦੇ ਵਿੱਚੋਂ ਦੀ ਇਸ ਨੂੰ ਪਾਸ ਕੀਤਾ ਗਿਆ ਸੀਗਾ। ਓਕੇ, ਸੋ ਇਸ ਦਾ ਇੱਕ ਸਦਨ ਹੈ ਜੀ ਕਾਮਨ ਸਦਨ। ਸੋ ਉਸ ਦੇ ਵਿੱਚੋਂ ਇਸ ਨੂੰ ਪਾਸ ਕੀਤਾ ਗਿਆ ਜੀ 18 ਮਈ 1773 ਨੂੰ। ਇੱਕ ਦੂਸਰਾ ਸਦਨ ਹੈ ਜਿਹਦਾ ਜਿਸ ਨੂੰ ਲਾਰਡ ਸਦਨ ਕਿਹਾ ਜਾਂਦਾ ਹੈ, ਲਾਰਡ ਜਿਹਨੂੰ ਹਾਊਸ ਆਫ ਲਾਰਡਸ ਵੀ ਕਹਿੰਦੇ ਆਪਾਂ। ਸੋ ਲਾਰਡ ਸਦਨ ਕਿਹਾ ਜਾਂਦਾ ਸੀ। ਇਸ ਸਦਨ ਨੇ ਇਸ ਨੂੰ 19 ਜੂਨ 1773 ਨੂੰ ਪਾਸ ਕਰ ਦਿੱਤਾ ਸੀਗਾ। ਇਹ ਲਾਗੂ ਹੁੰਦਾ ਐਕਚੁਅਲ ਦੇ ਵਿੱਚ ਜਾ ਕੇ 1774 ਦੇ ਵਿੱਚ। ਲਾਗੂ ਹੋਣ ਦੀ ਸਥਿਤੀ ਜਿਹੜੀ ਹੈ ਉਹ 1774 ਦੇ ਵਿੱਚ ਰਹਿੰਦੀ ਹੈਗੀ ਆ। ਤੇ ਇਸ ਦੇ ਨਾਲ ਇਹ ਵੀ ਯਾਦ ਰੱਖਿਓ ਕਿ ਅੰਗਰੇਜ਼ਾਂ ਦੇ ਅਧੀਨ ਜਿਹੜਾ ਖੇਤਰ ਸੀਗਾ, ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਗਵਰਨਰ ਜਨਰਲ ਦੀ ਸ਼ੁਰੂਆਤ ਕਰ ਦਿੱਤੀ ਸੀਗੀ। ਓਕੇ, ਗਵਰਨਰ ਜਨਰਲ ਦੀ ਸ਼ੁਰੂਆਤ ਕਰ ਦਿੱਤੀ ਸੀ ਤੇ ਇਹ ਗਵਰਨਰ ਜਨਰਲ ਜਿਹੜਾ ਸੀ ਇਹ ਬੰਗਾਲ ਦਾ ਸੀਗਾ, ਕਿਉਂਕਿ ਉਸ ਸਮੇਂ ਇਹਨਾਂ ਦਾ ਸ਼ੁਰੂਆਤ ਦੇ ਵਿੱਚ ਬੰਗਾਲ ਦੇ ਉੱਪਰ ਹੀ ਕਬਜ਼ਾ ਹੁੰਦਾ ਸੀ, ਇਸ ਕਰਕੇ ਇਹਨੂੰ ਬੰਗਾਲ ਦਾ ਗਵਰਨਰ ਜਨਰਲ ਹੀ ਕਿਹਾ ਜਾਂਦਾ ਸੀਗਾ। ਇਸ ਤੋਂ ਇਲਾਵਾ ਇਹਨਾਂ ਨੇ ਇਸੇ ਐਕਟ ਦੇ ਅਧੀਨ ਇੱਕ 4 ਮੈਂਬਰੀ ਕਮੇਟੀ ਵੀ ਬਣਾਈ ਸੀ ਜੋ ਭਾਰਤ ਦੇ ਲਈ ਕਾਨੂੰਨ ਬਣਾਉਂਦੀ ਸੀਗੀ। 4 ਮੈਂਬਰਾਂ ਦੀ ਇੱਕ ਕਮੇਟੀ ਸੀਗੀ, ਉਸ ਦੀ ਸ਼ੁਰੂਆਤ ਕੀਤੀ ਸੀਗੀ। ਤੇ ਨਾਲ ਹੀ 1773 ਦੇ ਰੈਗੂਲੇਟਿੰਗ ਐਕਟ ਦੇ ਅਧੀਨ 1774 ਦੇ ਵਿੱਚ ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਜਾਂਦੀ ਹੈ ਜੀ ਭਾਰਤ ਦੇ ਵਿੱਚ।
ਸੁਪਰੀਮ ਕੋਰਟ ਦੀ ਵਿਵਸਥਾ ਕੀਤੀ ਜਾਂਦੀ ਹੈ ਸਾਲ 1774 ਦੇ ਵਿੱਚ ਤੇ ਇਹ ਸੁਪਰੀਮ ਕੋਰਟ ਕੋਲਕਾਤਾ ਦੇ ਵਿੱਚ ਬਣਾਈ ਗਈ ਸੀਗੀ। ਓਕੇ, ਕਾਫੀ ਇੰਪੋਰਟੈਂਟ ਹੈ ਸੁਪਰੀਮ ਕੋਰਟ ਵਾਲਾ। ਨੈਕਸਟ ਹੈ ਜੀ ਕੁਐਸਚਨ ਨੰਬਰ 6, ਭਾਰਤ ਦੇ ਗਵਰਨਰ ਜਨਰਲ ਨੂੰ ਆਪਣੀ ਕਮੇਟੀ ਦੇ ਫੈਸਲਿਆਂ ਨੂੰ ਕਿਹੜੇ ਐਕਟ ਦੇ ਦੁਆਰਾ ਰੱਦ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ ਸੀ? 1773 ਦਾ ਅਧਿਨਿਜ਼ਮ, 1784 ਦਾ ਪਿਟਸ ਇੰਡੀਆ ਐਕਟ ਜਾਂ 1786 ਦਾ ਸੋਧ ਐਕਟ ਜਾਂ ਫਿਰ 1813 ਦਾ ਚਾਰਟਰ ਐਕਟ। ਸੋ ਭਾਰਤ ਦੇ ਗਵਰਨਰ ਜਨਰਲ ਦੀ ਗੱਲ ਹੋ ਰਹੀ ਹੈ ਜੀ ਕਿ ਉਸ ਨੂੰ ਆਪਣੀ ਕਮੇਟੀ ਦੇ ਫੈਸਲਿਆਂ ਨੂੰ, ਜਿਹੜੀ ਕਿ 4 ਮੈਂਬਰੀ ਕਮੇਟੀ ਸੀ, ਉਹਦੇ ਫੈਸਲਿਆਂ ਨੂੰ ਰੱਦ ਕਰਨ ਦਾ ਜਿਹੜਾ ਅਧਿਕਾਰ ਦਿੱਤਾ ਗਿਆ ਸੀ, ਉਸ ਦੇ ਲਈ ਕਿਹੜਾ ਐਕਟ ਰਿਸਪੌਂਸੀਬਲ ਸੀਗਾ? ਸੋ ਇਹ ਐਕਟ ਸੀਗਾ ਜੀ 1786 ਦਾ ਸੋਧ ਐਕਟ। ਇਸ ਐਕਟ ਦੇ ਅਧੀਨ ਜਿਹੜਾ ਹੈ ਭਾਰਤ ਦਾ ਗਵਰਨਰ ਜਨਰਲ ਸੀਗਾ ਜਿਹੜਾ, ਉਹ ਕਿਸੇ ਵੀ ਕਮੇਟੀ ਦੇ ਫੈਸਲੇ ਨੂੰ ਰੱਦ ਕਰ ਸਕਦਾ ਸੀਗਾ। ਓਕੇ, ਇਸ ਤੋਂ ਇਲਾਵਾ ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਕਾਰਨਵਾਲਿਸ ਜਿਹੜਾ ਸੀਗਾ ਵੀ ਉਸ ਨੂੰ ਵੀ ਭਾਰਤ ਦੇ ਵਿੱਚ ਲੈ ਕੇ ਆਇਆ ਸੀਗਾ, ਉਸ ਨੂੰ ਵੀ ਭਾਰਤ ਦੇ ਵਿੱਚ ਲਿਆਂਦਾ ਸੀਗਾ। ਓਕੇ, ਕਾਰਨਵਾਲਿਸ ਜੋ ਕਿ ਗਵਰਨਰ ਜਨਰਲ ਰਿਹਾ ਸੀਗਾ। ਨੈਕਸਟ ਹੈ ਜੀ ਕੁਐਸਚਨ ਨੰਬਰ 7, ਮਹਾਰਾਣੀ ਵਿਕਟੋਰੀਆ ਨੂੰ ਭਾਰਤ ਦੀ ਮਹਾਰਾਣੀ ਨਿਯੁਕਤ ਕੀਤਾ ਗਿਆ 1885 ਦੇ ਵਿੱਚ, 1875 ਦੇ ਵਿੱਚ, 1876 ਦੇ ਵਿੱਚ ਜਾਂ 1858 ਦੇ ਵਿੱਚ? ਸੋ ਸਹੀ ਆਨਸਰ ਹੈ ਜੀ ਇਹਦਾ ਸੀ 1858 ਦਾ ਐਕਟ ਇਸ ਦੇ ਲਈ ਰਿਸਪੌਂਸੀਬਲ ਸੀਗਾ। ਬਟ ਨਾਲ ਹੀ ਯਾਦ ਰੱਖਿਓ ਕਿ ਮਹਾਰਾਣੀ ਵਿਕਟੋਰੀਆ ਜਿਹੜੀ ਕਿ ਇੰਗਲੈਂਡ ਦੀ ਮਹਾਰਾਣੀ ਸੀਗੀ, ਸੋ ਉਸ ਨੂੰ 1876 ਦੇ ਵਿੱਚ ਭਾਰਤ ਦੀ ਵੀ ਮਹਾਰਾਣੀ ਘੋਸ਼ਿਤ ਕਰ ਦਿੱਤਾ ਗਿਆ ਸੀ, ਯਾਨੀ ਕਿ ਉਹ ਪੂਰੇ ਭਾਰਤ ਦੇ ਉੱਪਰ ਆਪਣਾ ਕੰਟਰੋਲ ਬਣਾਉਂਦੀ ਸੀਗੀ। ਓਕੇ, ਨੈਕਸਟ ਹੈ ਜੀ ਕੁਐਸਚਨ ਨੰਬਰ 8, ਮਹਾਰਾਣੀ ਵਿਕਟੋਰੀਆ ਨੇ 1858 ਦੇ ਘੋਸ਼ਣਾ ਪੱਤਰ ਦੇ ਵਿੱਚ ਭਾਰਤੀਆਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਭਰੋਸਾ ਦਿੱਤਾ ਸੀ। ਇਹਨਾਂ ਦੇ ਵਿੱਚੋਂ ਕਿਹੜਾ ਭਰੋਸਾ ਬਰਤਾਨਵੀ ਹਕੂਮਤ ਦੇ ਵੱਲੋਂ ਪੂਰਾ ਕਰ ਦਿੱਤਾ ਗਿਆ ਸੀਗਾ? ਸੋ ਪਹਿਲਾ ਹੈ ਜੀ ਰਿਆਸਤਾਂ ਤੇ ਕਬਜ਼ਾ ਕਰਨ ਦੀ ਨੀਤੀ ਨੂੰ ਖਤਮ ਕੀਤਾ ਜਾਵੇਗਾ, ਸਵਦੇਸ਼ੀ ਰਿਆਸਤਾਂ ਦੀ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਜਾਵੇਗੀ, ਸਾਰੇ ਭਾਰਤੀ ਅਤੇ ਯੂਰਪੀਅਨ ਪਾਤਰਾਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਵੇਗਾ, ਤੇ ਚੌਥਾ ਹੈ ਜੀ ਭਾਰਤੀਆਂ ਦੇ ਸਮਾਜਿਕ ਤੇ ਧਾਰਮਿਕ ਵਿਸ਼ਵਾਸਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੋਵੇਗੀ। ਇਹ 1858 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਇੱਕ ਘੋਸ਼ਣਾ ਪੱਤਰ ਜਾਰੀ ਕੀਤਾ ਸੀ। ਉਸ ਦਿਨ ਇਹਨਾਂ ਨੇ ਬਹੁਤ ਸਾਰੇ ਜਿਹੜੀਆਂ ਕਹਿ ਸਕਦੇ ਹਾਂ ਭਰੋਸੇ ਦਿਵਾਏ ਸੀ, ਤੇ ਉਹਨਾਂ ਦੇ ਵਿੱਚੋਂ ਇੱਕ ਪੂਰਾ ਕੀਤਾ ਸੀ। ਉਹ ਸੀਗਾ ਕਿ ਸਵਦੇਸ਼ੀ ਰਿਆਸਤਾਂ ਦੀ ਸਥਿਤੀ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਊਗੀ, ਉਹ ਜਿਵੇਂ ਪਹਿਲਾਂ ਚੱਲ ਰਹੀਆਂ, ਜਿਹੜਾ ਵਿਅਕਤੀ ਉਹਨਾਂ ਦਾ ਸ਼ਾਸਨ ਚਲਾ ਰਿਹਾ ਹੈ ਉਹੀ ਚਲਾਉਂਦਾ ਰਹੂਗਾ, ਉਹਦੇ ਵਿੱਚ ਅਸੀਂ ਕੋਈ ਇੰਟਰਫੇਰੈਂਸ ਜਿਹੜੀ ਹੈ ਉਹ ਨਹੀਂ ਕਰਾਂਗੇ। 1858 ਦੇ ਘੋਸ਼ਣਾ ਪੱਤਰ ਦੀ ਗੱਲ ਹੈ। ਨੈਕਸਟ ਹੈ ਜੀ 9 ਨੰਬਰ, ਮਿੰਟੋ ਮਾਰਲੇ ਸੁਧਾਰ ਦਾ ਮਕਸਦ ਜਾਂ ਉਦੇਸ਼ ਕੀ ਸੀਗਾ? ਵੱਖਰੀ ਚੋਣ ਪ੍ਰਣਾਲੀ, ਭਾਰਤੀਆਂ ਦੀ ਭਾਗੀਦਾਰੀ ਵਿੱਚ ਵਾਧਾ ਕਰਨਾ, ਯੁੱਧ ਦੇ ਵਿੱਚ ਸਹਿਯੋਗ ਦੇ ਲਈ ਤਿਆਰ ਰਹਿਣਾ ਜਾਂ ਫਿਰ ਪੂਰਨ ਆਜ਼ਾਦੀ? ਜੀ, ਸੋ ਮਿੰਟੋ ਮਾਰਲੇ ਸੁਧਾਰ ਕਾਫੀ ਇੰਪੋਰਟੈਂਟ ਹੈ ਜੀ। ਸੋ ਇਸ ਸੁਧਾਰ ਦੇ ਅਧੀਨ ਵਿਵਸਥਾ ਕੀਤੀ ਗਈ ਜਾਂ ਜਿਹੜਾ ਉਦੇਸ਼ ਰਿਹਾ ਸੀ ਉਹ ਸੀਗਾ ਜੀ ਵੱਖਰੀ ਚੋਣ ਪ੍ਰਣਾਲੀ। ਓਕੇ, ਵੱਖਰੀ ਚੋਣ ਪ੍ਰਣਾਲੀ ਜਿਹੜੀ ਹੈ ਉਸ ਦੀ ਵਿਵਸਥਾ ਕਰਨਾ ਸੀ। 1909 ਦੇ ਵਿੱਚ ਇਹ ਮਿੰਟੋ ਮਾਰਲੇ ਜਿਹੜਾ ਐਕਟ ਹੈ ਪਾਸ ਕੀਤਾ ਗਿਆ ਸੀਗਾ, 1919 ਦੀ ਗੱਲ ਹੈਗੀ ਆ। ਉਸ ਸਮੇਂ ਇਹਨਾਂ ਨੇ ਮੁਸਲਮਾਨਾਂ ਦੇ ਲਈ ਵੱਖਰੇ ਵੋਟ ਦਾ ਅਧਿਕਾਰ ਤੇ ਵੱਖਰੀ ਚੋਣ ਪ੍ਰਣਾਲੀ ਜਿਹੜੀ ਹੈ ਉਹ ਹੋਂਦ ਦੇ ਵਿੱਚ ਲਿਆਂਦੀ ਸੀਗੀ, ਉਸ ਦੀ ਸਥਾਪਨਾ ਕੀਤੀ ਸੀਗੀ ਸਾਲ 1909 ਦੇ ਐਕਟ ਦੇ ਅਧੀਨ। ਇਸੇ ਨੂੰ ਹੀ ਮਿੰਟੋ ਮਾਰਲੇ ਸੁਧਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਨੈਕਸਟ ਹੈ ਜੀ ਮਾਰਲੇ ਮਿੰਟੋ ਸੁਧਾਰ ਬਿੱਲ ਕਿਸ ਸਾਲ ਪਾਸ ਕੀਤਾ ਗਿਆ ਸੀ? 1905 ਦੇ ਵਿੱਚ, 1909 ਦੇ ਵਿੱਚ, 1911 ਦੇ ਵਿੱਚ ਜਾਂ 1920 ਦੇ ਵਿੱਚ? ਸੇ ਪਾਸ ਕੀਤਾ ਗਿਆ ਸੀਗਾ ਜੀ ਸਾਲ 1909 ਦੇ ਵਿੱਚ, ਤੇ ਵੱਖਰੀ ਚੋਣ ਪ੍ਰਣਾਲੀ ਇਸ ਦਾ ਮੇਨ ਮੋਟਿਵ ਰਿਹਾ ਸੀ, ਜਿਹਦੇ ਵਿੱਚ ਸਪੈਸ਼ਲੀ ਮੁਸਲਮਾਨਾਂ ਨੂੰ ਵੋਟ ਦੇਣ ਦਾ ਅਧਿਕਾਰ ਵੱਖਰੇ ਤੌਰ ਤੇ ਵੱਖਰੀ ਚੋਣ ਖੇਤਰ ਦੀ ਵਿਵਸਥਾ ਕੀਤੀ ਸੀਗੀ। ਨੈਕਸਟ ਹੈ ਜੀ ਕੁਐਸਚਨ ਨੰਬਰ 11, ਮੁਸਲਮਾਨਾਂ ਦੇ ਲਈ ਚੋਣ ਮੰਡਲ ਲਿਆਂਦਾ ਗਿਆ ਸੀ ਕ੍ਰਿਪਸ ਮਿਸ਼ਨ 1942 ਦੇ ਅਧੀਨ, ਮਾਰਲੇ ਮਿੰਟੋ ਸੁਧਾਰ 1909, ਮੌਂਟੇਗਿਊ ਚੇਮਸਫੋਰਡ ਸੁਧਾਰ 1919 ਜਾਂ ਫਿਰ ਭਾਰਤ ਸਰਕਾਰ ਐਕਟ 1935? ਹੁਣੇ ਕੀਤਾ ਹੈ ਆਪਾਂ ਲਾਸਟ ਕੁਐਸਚਨ ਦੇ ਵਿੱਚ ਕਿ ਮੁਸਲਮਾਨਾਂ ਦੇ ਲਈ ਇੱਕ ਵੱਖਰਾ ਚੋਣ ਮੰਡਲ ਹੋਵੇਗਾ, ਵੱਖਰੀ ਚੋਣ ਪ੍ਰਣਾਲੀ ਹੋਵੇਗੀ, ਵੱਖਰੇ ਵੋਟ ਪਾਉਣ ਦਾ ਅਧਿਕਾਰ ਹੋਵੇਗਾ। ਇਹ ਮਾਰਲੇ ਮਿੰਟੋ ਸੁਧਾਰ ਸਾਲ 1909 ਦੇ ਐਕਟ ਦੇ ਅਧੀਨ ਜਿਹੜੀ ਹੈ ਇਸ ਦੀ ਵਿਵਸਥਾ ਕੀਤੀ ਸੀ, ਸਪੈਸ਼ਲੀ ਮੁਸਲਮਾਨਾਂ ਦੇ ਲਈ ਸੀਗੀ। ਓਕੇ, ਨੈਕਸਟ ਹੈ ਕੁਐਸਚਨ ਨੰਬਰ 12, 1909 ਦੇ ਇੰਡੀਅਨ ਕੌਂਸਲ ਐਕਟ ਦੇ ਵਿੱਚ ਕੀ ਵਿਵਸਥਾ ਕੀਤੀ ਗਈ ਸੀ? ਦੋਹਰੀ ਸ਼ਾਸਨ ਪ੍ਰਣਾਲੀ, ਭਾਈਚਾਰਕ ਪ੍ਰਤੀਨਿਧਤਾ, ਸੰਘੀ ਪ੍ਰਣਾਲੀ ਜਾਂ ਸੂਬਾਈ ਵਿਵਸਥਾ?
ਇਸ ਦੇ ਅਧੀਨ ਭਾਈਚਾਰਕ ਪ੍ਰਤੀਨਿਧਤਾ ਦੀ ਹੀ ਵਿਵਸਥਾ ਕੀਤੀ ਗਈ ਸੀਗੀ, ਕਿਉਂਕਿ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਵੱਖਰੀ ਇੱਕ VOTING ਸਿਸਟਮ ਦਾ ਪ੍ਰਬੰਧ ਕੀਤਾ ਸੀਗਾ ਤੇ ਭਾਈਚਾਰਕ ਯਾਨੀ ਕਿ ਆਪਣੇ ਖਿੱਤੇ ਦੇ ਲੋਕਾਂ ਨੂੰ ਭਾਈਚਾਰੇ ਨੂੰ ਜਿਹੜਾ ਹੈ ਪ੍ਰਤੀਨਿਧਤਾ ਦੇਣ ਦੀ ਵਿਵਸਥਾ ਕੀਤੀ ਸੀ ਸਾਲ 1909 ਦੇ ਇੰਡੀਅਨ ਕੌਂਸਲ ਐਕਟ ਦੇ ਅਧੀਨ। ਨੈਕਸਟ ਹੈ ਕੁਐਸਚਨ ਨੰਬਰ 13, ਮੌਂਟੇਗਿਊ ਚੇਮਸਫੋਰਡ ਸੁਧਾਰ ਦੇ ਪ੍ਰਬੰਧਾਂ ਦਾ ਸਾਰ ਇਹ ਸੀ, ਮੀਨਸ ਉਦੇਸ਼ ਕੀ ਸੀ, ਰਾਜਾਂ ਦੀ ਖੁਦਮੁਖਤਿਆਰੀ, ਪ੍ਰਾਂਤਾਂ ਦੇ ਵਿੱਚ ਦੋਹਰਾ ਸ਼ਾਸਨ, ਹਿੰਦੂਆਂ ਤੇ ਮੁਸਲਮਾਨਾਂ ਦੇ ਲਈ ਵੱਖਰੇ ਵੱਖਰੇ ਚੋਣ ਪ੍ਰਬੰਧ ਤੇ ਜਾਂ ਫਿਰ ਗਵਰਨਰਾਂ ਨੂੰ ਵੀਟੋ ਸ਼ਕਤੀ। ਤਾਂ ਸਹੀ ਆਨਸਰ ਰਹੂਗਾ ਜੀ ਇਸਦਾ ਬੀ, ਪ੍ਰਾਂਤਾਂ ਦੇ ਵਿੱਚ ਦੋਹਰਾ ਸ਼ਾਸਨ ਜਿਹੜਾ ਹੈ ਉਸ ਦੀ ਸ਼ੁਰੂਆਤ ਹੁੰਦੀ ਹੈਗੀ ਇਸ ਦੇ ਨਾਲ, ਤੇ ਇਹ ਮਾਉਂਟੇਗ ਚੇਮਸਫੋਰਡ ਦੇ ਸੁਧਾਰ ਦੇ ਨਾਮ ਨਾਲ ਇਸ ਨੂੰ ਜਾਣਿਆ ਜਾਂਦਾ ਹੈ। ਇਹ ਐਕਟ ਸਾਲ 1919 ਦੇ ਵਿੱਚ ਪਾਸ ਹੋਇਆ ਸੀਗਾ, ਉਸ ਦੇ ਅਧੀਨ ਸੀ। ਤੇ ਇਹਦੇ ਧਿਆਨ ਰੱਖਿਓ ਕਿ ਭਾਰਤ ਦੇ ਵਿੱਚ ਪਹਿਲੀ ਵਾਰ ਉਦਾਰਵਾਦੀ ਸ਼ਾਸਨ ਸ਼ਬਦ ਦੀ ਵਰਤੋਂ ਕੀਤੀ ਗਈ ਸੀਗੀ 1919 ਦੇ ਐਕਟ ਦੇ ਅਧੀਨ। ਉਦਾਰਵਾਦੀ ਸ਼ਬਦ ਭਾਰਤ ਦੇ ਵਿੱਚ ਪਹਿਲੀ ਵਾਰ ਵਰਤਿਆ ਗਿਆ ਸੀ, ਉਦਾਰਵਾਦੀ ਸ਼ਾਸਨ ਮੀਨਸ, ਓਕੇ। ਸੋ ਕਾਫੀ ਇੰਪੋਰਟੈਂਟ ਹੈ। ਇਹਨਾਂ ਨੇ ਪ੍ਰਾਂਤਾਂ ਦੇ ਵਿੱਚ ਦੋਹਰਾ ਸ਼ਾਸਨ ਜਿਹੜਾ ਹੈ ਉਹ ਸ਼ੁਰੂਆਤ ਕਰ ਦਿੱਤੀ ਸੀਗੀ। ਇਸ ਤੋਂ ਇਲਾਵਾ ਇਹਨਾਂ ਨੇ ਇਸ ਐਕਟ ਦੇ ਅਧੀਨ 2 ਸਦਨੀ ਵਿਧਾਨ ਮੰਡਲ ਦੀ ਵੀ ਵਿਵਸਥਾ ਕੀਤੀ ਸੀਗੀ। 2 ਸਦਨੀ ਵਿਵਸਥਾ ਹੋਈ ਸੀਗੀ ਜੀ ਵਿਧਾਨ ਮੰਡਲ ਦੀ। ਸੋ ਕਿਹੜੇ ਸੀਗੀ ਜੀ? ਇੱਕ ਦਾ ਨਾਮ ਸੀਗਾ ਰਾਜ ਪਰਿਸ਼ਦ, ਦੂਸਰੇ ਦਾ ਨਾਮ ਸੀਗਾ ਜੀ ਕੇਂਦਰੀ ਵਿਧਾਨ ਪਰਿਸ਼ਦ। ਇਹ 2 ਸਦਨ ਹੋਣ ਦੇ ਵਿੱਚ ਆਉਂਦੇ ਹੈ ਜੀ 1919 ਦੇ ਐਕਟ ਦੇ ਅਧੀਨ। ਇੱਥੇ ਹੀ 1919 ਦੇ ਐਕਟ ਦੇ ਅਧੀਨ ਇਸਤਰੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਦਿੱਤਾ ਗਿਆ। ਇਸਤਰੀਆਂ ਨੂੰ ਵੋਟ ਦਾ ਅਧਿਕਾਰ ਵੀ ਜਿਹੜਾ ਹੈ ਉਹ ਦਿੱਤਾ ਗਿਆ ਸੀਗਾ ਇਸ ਐਕਟ ਦੇ ਅਧੀਨ। ਇੱਥੇ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੀ ਵਿਧਾਨ ਸਭਾ ਸੀਗੀ ਵੀ ਉਹਦਾ ਕਾਰਜਕਾਲ ਇਹਨਾਂ ਨੇ 3 ਸਾਲਾਂ ਦਾ ਰੱਖਿਆ ਹੋਇਆ ਸੀਗਾ ਕਿ 3 ਸਾਲਾਂ ਦੇ ਕਰਿਆ ਸੀ, ਤੇ ਵਾਇਸਰਾਏ ਜਿਹੜਾ ਹੈ ਉਹਨੂੰ ਘਟਾ ਜਾਂ ਵਧਾ ਸਕਦਾ ਸੀ ਲੋੜ ਅਨੁਸਾਰ ਜਿਵੇਂ ਉਹਨੂੰ ਲੱਗਦਾ ਹੁੰਦਾ ਸੀ। ਨੈਕਸਟ ਹੈ ਕੁਐਸਚਨ ਨੰਬਰ 14, 1946 ਦਾ ਕੈਬਨਿਟ ਮਿਸ਼ਨ 3 ਮੰਤਰੀਆਂ ਦਾ ਬਣਿਆ ਹੋਇਆ ਸੀ। ਇਹਨਾਂ ਦੇ ਵਿੱਚੋਂ ਕੌਣ ਇਸ ਦਾ ਮੈਂਬਰ ਨਹੀਂ ਸੀਗਾ? ਲਾਰਡ ਪੈਂਥਿਕ ਲਾਰੈਂਸ, A.V. ਅਲੈਗਜ਼ੈਂਡਰ, ਸਰ ਸਟੈਫੋਰਡ ਕ੍ਰਿਪਸ ਜਾਂ ਫਿਰ ਲਾਰਡ ਐਮਰੀ। ਸੋ 3 ਮੈਂਬਰ ਸੀਗੇ ਵੀ ਇਸ ਦੇ ਵਿੱਚ, ਜਿਹੜਾ ਕਿ 1946 ਦੇ ਵਿੱਚ ਕੈਬਨਿਟ ਮਿਸ਼ਨ ਬਣਾਇਆ ਗਿਆ ਸੀ। ਤੇ ਇਸ ਕੈਬਨਿਟ ਮਿਸ਼ਨ ਦੇ ਅਧੀਨ ਹੀ ਸੰਵਿਧਾਨ ਸਭਾ ਦਾ ਗਠਨ ਕੀਤਾ ਗਿਆ ਤੇ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਸੀ। ਇਹਦੇ 3 ਮੰਤਰੀ ਸੀਗੇ। 3 ਮੰਤਰੀਆਂ ਦੇ ਵਿੱਚੋਂ ਲਾਰਡ ਪੈਟ੍ਰਿਕ ਲਾਰੈਂਸ ਸੀਗੇ, A.V. ਅਲੈਗਜ਼ੈਂਡਰ ਸੀਗੇ ਤੇ ਸਰ ਸਟੈਫੋਰਡ ਕ੍ਰਿਪਸ ਜਿਹੜੇ ਹੈ ਇਸ ਦੇ 3 ਮੈਂਬਰ ਸੀ। ਬਟ ਲਾਰਡ ਐਮਰੀ ਜਿਹੜੇ ਹੈ ਉਹ ਇਸ ਦੇ ਮੈਂਬਰ ਨਹੀਂ ਸੀਗੇ। ਯਾਨੀ ਕਿ 3 ਮੈਂਬਰੀ ਕਮੇਟੀ ਸੀਗੀ ਜੀ 1946 ਦੀ ਕੈਬਨਿਟ ਮਿਸ਼ਨ, ਜਿਹਨੇ ਕਿ ਸੰਵਿਧਾਨ ਬਣਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀਗੀ। ਨੈਕਸਟ ਹੈ ਜੀ ਕੁਐਸਚਨ ਨੰਬਰ 15, ਕੈਬਨਿਟ ਮਿਸ਼ਨ ਯੋਜਨਾ ਬਾਰੇ ਕਿਹੜੀ ਗੱਲ ਸਹੀ ਨਹੀਂ ਹੈ? ਪ੍ਰਾਂਤਾਂ ਦਾ ਸਮੂਹੀਕਰਨ, ਅੰਤਰਿਮ ਮੰਤਰੀ ਮੰਡਲ ਜਿਸ ਦੇ ਵਿੱਚ ਭਾਰਤੀ ਮੈਂਬਰ ਸ਼ਾਮਲ ਹੋਣਗੇ, ਪਾਕਿਸਤਾਨ ਦੀ ਮਨਜ਼ੂਰੀ ਜਾਂ ਫਿਰ ਸੰਵਿਧਾਨ ਬਣਾਉਣ ਦਾ ਅਧਿਕਾਰ। ਕੈਬਨਿਟ ਮਿਸ਼ਨ ਉਹ ਹੈ ਜਿਹੜਾ 1946 ਦੇ ਵਿੱਚ ਬਣਾਇਆ ਗਿਆ ਸੀ। ਇਹਦੇ ਬਾਰੇ ਸਹੀ ਨਹੀਂ ਹੈ ਜੀ ਉਹ ਹੈ ਕਿ ਪਾਕਿਸਤਾਨ ਦੀ ਮਨਜ਼ੂਰੀ, ਕਿਉਂਕਿ ਪਾਕਿਸਤਾਨ ਦੀ ਮਨਜ਼ੂਰੀ ਇਸ ਦੇ ਵਿੱਚ ਨਹੀਂ ਆਈ ਸੀ। ਇਹਦੇ ਵਿੱਚ ਮੇਨ ਤੌਰ ਤੇ ਆਇਡ ਸੀਗਾ ਜੀ ਪ੍ਰਾਂਤਾਂ ਦਾ ਸਮੂਹੀਕਰਨ ਯਾਨੀ ਕਿ ਏਕੀਕਰਨ ਕਹਿਣਾ। ਇਸ ਤੋਂ ਇਲਾਵਾ ਅੰਤਰਿਮ ਕਮੇਟੀ ਯਾਨੀ ਮੰਤਰੀ ਮੰਡਲ ਦੇ ਵਿੱਚ ਭਾਰਤੀ ਮੈਂਬਰ ਜਿਹੜੇ ਹੈ ਉਹਨਾਂ ਨੂੰ ਸ਼ਾਮਲ ਕਰਨਾ ਤੇ ਸੰਵਿਧਾਨ ਬਣਾਉਣ ਦਾ ਅਧਿਕਾਰ ਭਾਰਤੀਆਂ ਨੂੰ ਦੇਣਾ। ਇਸ ਦੇ ਵਿੱਚ ਮੇਨ ਗੱਲਾਂ ਸੀ ਜੋ ਕਿ ਸਹੀ ਨੇ, ਬਟ ਸੀ ਆਪਸ਼ਨ ਇਹਦੇ ਵਿੱਚੋਂ ਸਹੀ ਨੇ ਕਿਉਂਕਿ ਪਾਕਿਸਤਾਨ ਦੀ ਮਨਜ਼ੂਰੀ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਸੀਗਾ ਕੈਬਨਿਟ ਮਿਸ਼ਨ ਦਾ। ਨੈਕਸਟ ਹੈ ਜੀ ਕੁਐਸਚਨ ਨੰਬਰ 16, ਆਜ਼ਾਦੀ ਤੋਂ ਬਾਅਦ ਭਾਰਤ ਦੇ ਸੰਵਿਧਾਨ ਨੇ ਇਸ ਦੇ ਲਾਗੂ ਹੋਣ ਤੱਕ ਕਿਸ ਦੇ ਅਧੀਨ ਰਾਜ ਕੀਤਾ ਸੀਗਾ? ਭਾਰਤੀ ਨੇਤਾਵਾਂ ਨਾਲ ਸਲਾਹ ਮਸ਼ਵਰੇ ਨਾਲ ਬਣਾਏ ਗਏ ਕਾਨੂੰਨਾਂ ਦੁਆਰਾ, ਇੰਗਲੈਂਡ ਦੇ ਸੰਵਿਧਾਨ ਦੇ ਅਨੁਸਾਰ, 1935 ਦੇ ਭਾਰਤ ਸਰਕਾਰ ਐਕਟ ਦੇ ਅਨੁਸਾਰ ਜਾਂ ਫਿਰ ਉਪਰੋਕਤ ਸਾਰੇ ਹੀ। ਆਜ਼ਾਦੀ ਤੋਂ ਬਾਅਦ ਦਾ ਮਤਲਬ ਹੈ ਕਿ ਸਾਡਾ ਸੰਵਿਧਾਨ ਬਣਨਾ ਤਿਆਰ ਹੋ ਗਿਆ ਸੀਗਾ, ਕਿਉਂਕਿ ਅਸੀਂ 1947 ਦੇ ਵਿੱਚ 15 ਅਗਸਤ ਨੂੰ ਆਜ਼ਾਦ ਹੋ ਚੁੱਕੇ ਸੀਗੇ। ਅੰਗਰੇਜ਼ਾਂ ਨੇ ਸਾਨੂੰ ਛੱਡ ਦਿੱਤਾ ਸੀਗਾ। ਬਟ ਉਸ ਸਮੇਂ ਤੋਂ ਲੈ ਕੇ ਯਾਨੀ ਕਿ 26 ਜਨਵਰੀ 1950 ਤੱਕ ਦੇ ਸਮੇਂ ਦੀ ਗੱਲ ਕਰੀਏ ਤਾਂ ਉਹਨੇ ਸਮੇਂ ਦੇ ਵਿੱਚ ਆਪਣਾ ਸੰਵਿਧਾਨ ਤਿਆਰ ਹੋਇਆ ਸੀ। ਤੇ ਜਦੋਂ ਸੰਵਿਧਾਨ ਸਾਡਾ ਤਿਆਰ ਨਹੀਂ ਹੋਇਆ ਸੀ ਤਾਂ ਉਸ ਸਮੇਂ ਦੇ ਵਿੱਚ ਜਿਹੜਾ ਸਾਡਾ ਸ਼ਾਸਨ ਚੱਲਦਾ ਸੀ ਉਹ ਇਹਨਾਂ ਦੇ ਵਿੱਚੋਂ ਕਿਸ ਦੇ ਅਧੀਨ ਚੱਲਦਾ ਸੀਗਾ? ਸੋ ਚੱਲਦਾ ਸੀਗਾ ਇਹਨਾਂ ਦੇ ਵਿੱਚੋਂ ਜੀ 1935 ਦੇ ਭਾਰਤ ਸਰਕਾਰ ਐਕਟ ਦੇ ਅਧੀਨ। ਇਹ ਸ਼ੁਰੂਆਤ ਹੁੰਦੀ ਹੈ ਜੀ 15 ਅਗਸਤ ਤੋਂ ਲੈ ਕੇ 1947 ਦੇ ਸਮੇਂ ਤੋਂ ਲੈ ਕੇ 26 ਜਨਵਰੀ 1950 ਦੀ ਗੱਲ ਹੋ ਰਹੀ ਹੈ ਕਿ ਇਸ ਸਮੇਂ ਦੇ ਦੌਰਾਨ ਸਾਡਾ ਸੰਵਿਧਾਨ ਤਿਆਰ ਨਹੀਂ ਹੋਇਆ ਸੀ। ਫਿਰ ਉਦੋਂ ਸਿਸਟਮ ਕਿਵੇਂ ਚੱਲਦਾ ਸੀਗਾ? ਤਾਂ ਉਦੋਂ ਇਹਨਾਂ ਦੇ ਅਧੀਨ ਚੱਲਦਾ ਹੁੰਦਾ ਸੀ। 1935 ਦਾ ਜਿਹੜਾ ਐਕਟ ਪਾਸ ਹੋਇਆ ਸੀ ਉਹਦੇ ਵਿੱਚ ਜਿਹੜੇ ਰੂਲ ਰੈਗੂਲੇਸ਼ਨ ਸੀ ਉਹਨਾਂ ਦੇ ਅਨੁਸਾਰ ਸਾਡਾ ਸਿਸਟਮ ਚੱਲਦਾ ਸੀ। 26 ਜਨਵਰੀ 1950 ਤੋਂ ਫਿਰ ਸਾਡੇ ਸੰਵਿਧਾਨ ਦੇ ਅਨੁਸਾਰ ਸਾਰੇ ਕੰਮ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ। ਨੈਕਸਟ ਹੈ ਕੁਐਸਚਨ ਨੰਬਰ
17 ਇਹਨਾਂ ਦੇ ਵਿੱਚੋਂ ਕਿਸ ਨੂੰ 1947 ਦੇ ਵਿੱਚ ਭਾਰਤੀਆਂ ਨੂੰ ਪ੍ਰਭੂ ਸੱਤਾ ਸ਼ਕਤੀ ਸੌਂਪਣ ਦੀ ਯੋਜਨਾ ਦੇ ਵਜੋਂ ਜਾਣਿਆ ਜਾਂਦਾ ਹੈ? ਡਰੁੰਡ ਯੋਜਨਾ, ਮਿੰਟੋ ਮਾਰਲੇ ਯੋਜਨਾ, ਮਾਊਂਟਬੈਟਨ ਯੋਜਨਾ ਜਾਂ ਵੇਵਲ ਯੋਜਨਾ। 1947 ਦੇ ਵਿੱਚ ਭਾਰਤੀਆਂ ਨੂੰ ਪ੍ਰਭੂ ਸੱਤਾ ਸ਼ਕਤੀ ਯਾਨੀ ਸੋਵਰਨਟੀ ਜਿਹੜੀ ਹੈ ਉਹ ਸੌਂਪਣ ਦੀ ਗੱਲ ਕੀਤੀ ਗਈ। ਪ੍ਰਭੂ ਸੱਤਾ ਹੁੰਦੀ ਹੈ ਕਿ ਸਾਡੇ ਉੱਪਰ ਹੁਣ ਕਿਸੇ ਹੋਰ ਦੇਸ਼ ਦਾ ਕਬਜ਼ਾ ਨਹੀਂ ਹੈ, ਅਸੀਂ ਪੂਰਨ ਰੂਪ ਦੇ ਵਿੱਚ ਸੁਤੰਤਰ ਅਤੇ ਸਾਡੇ ਦੇਸ਼ ਦੇ ਲੋਕ ਹੀ ਸਾਡੇ ਉੱਪਰ ਰਾਜ ਕਰਨਗੇ ਜਾਂ ਉਹੀ ਸਾਰਾ ਸ਼ਾਸਨ ਪ੍ਰਬੰਧ ਸੰਭਾਲਣਗੇ। ਇਹਨੂੰ ਆਪਾਂ ਪ੍ਰਭੂ ਸੱਤਾ ਕਹਿੰਦੇ ਹੈਗੇ ਆਂਗੇ। ਓਕੇ, ਸੋ ਇਹ ਯੋਜਨਾ ਸੌਂਪਣ ਦੀ ਜਿਹੜੀ ਸ਼ੁਰੂਆਤ ਹੋਈ ਜਾਂ ਕਹਿ ਸਕਦੇ ਹਾਂ ਯੋਜਨਾ ਦੇ ਵਜੋਂ ਜਾਣਿਆ ਜਾਂਦਾ ਹੈ ਉਹ ਹੈ ਮਾਊਂਟਬੈਟਨ ਯੋਜਨਾ, ਮਾਊਂਟਬੈਟਨ ਯੋਜਨਾ। ਇਹਨੂੰ ਭਾਰਤੀ ਸੁਤੰਤਰਤਾ ਐਕਟ ਦੇ ਨਾਮ ਨਾਲ ਵੀ ਜਾਣਦੇ ਹੈਗੇ ਆ ਤੇ ਇਹ ਸਾਲ 1947 ਦੇ ਵਿੱਚ ਬਣਾਇਆ ਗਿਆ ਸੀਗਾ। ਇਸ ਸਮੇਂ ਦੀ ਗੱਲ ਕਰੀਏ ਤਾਂ ਵਾਇਸਰਾਏ ਲਾਰਡ ਮਾਊਂਟਬੈਟਨ ਸੀਗਾ, ਉਹਦੇ ਆਧਾਰ ਦੇ ਉੱਪਰ ਹੀ ਜਿਹੜਾ ਹੈ ਇਸ ਨੂੰ ਮਾਊਂਟਬੈਟਨ ਯੋਜਨਾ ਕਹਿ ਦਿੰਦੇ ਹੈ, ਜਿਸ ਦੇ ਅਧੀਨ 15 ਅਗਸਤ 1947 ਨੂੰ ਸਾਡਾ ਭਾਰਤ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ ਗਿਆ, ਇੱਕ ਇੰਡੀਆ ਦੇ ਵਿੱਚ ਤੇ ਦੂਸਰਾ ਪਾਕਿਸਤਾਨ ਦੇ ਵਿੱਚ। ਠੀਕ ਹੈ ਜੀ, ਸੋ ਦੋ ਪਾਰਟਸ ਦੇ ਵਿੱਚ ਇਸ ਨੂੰ ਡਿਵਾਈਡ ਕਰ ਦਿੱਤਾ ਗਿਆ ਸੀਗਾ। ਇਹ ਲਾਰਡ ਮਾਊਂਟਬੈਟਨ ਦੀ ਹੀ ਯੋਜਨਾ ਸੀ, ਇਹ ਵਾਇਸਰਾਏ ਸੀਗਾ ਉਸ ਸਮੇਂ ਦਾ, ਇਸ ਕਰਕੇ ਇਹਨੂੰ ਉਸ ਯੋਜਨਾ ਦੇ ਨਾਮ ਨਾਲ ਵੀ ਜਾਣਦੇ ਹੈਗੇ ਆ। ਨੈਕਸਟ ਹੈ ਜੀ ਕੁਐਸਚਨ ਨੰਬਰ 18, ਕਿਹੜਾ ਮੇਲ ਨਹੀਂ ਖਾਂਦਾ? ਪਾਰਲੀਮੈਂਟੋ ਸੁਧਾਰ, ਸੰਪਰਦਾਇਕ ਨੁਮਾਇੰਦਗੀ ਕਰਦਾ ਸੀ, ਭਾਰਤ ਸਰਕਾਰ ਐਕਟ 1935 ਸਵੈ ਸ਼ਾਸਨ ਦੀ ਗੱਲ ਕਰਦਾ ਸੀ, ਕੈਬਨਿਟ ਮਿਸ਼ਨ ਜਿਹੜਾ ਹੈ ਇਹ ਸੰਵਿਧਾਨ ਸਭਾ ਦੇ ਬਾਰੇ ਸੀਗਾ, ਅਤੇ ਡੀ ਆਪਸ਼ਨ ਹੈ ਜੀ ਸਾਈਮਨ ਕਮਿਸ਼ਨ ਜਿਹੜਾ ਹੈ ਉਹ ਭਾਰਤ ਦੀ ਵੰਡ ਦੇ ਨਾਲ ਰਿਲੇਟਡ ਸੀਗਾ। ਸੋ ਇਹਦਾ ਸਹੀ ਆਨਸਰ ਹੋਊਗਾ ਜੀ ਡੀ। ਸੋ ਸਾਈਮਨ ਕਮਿਸ਼ਨ ਜਿਹੜਾ 1928 ਦੇ ਦੌਰਾਨ ਆਇਆ ਸੀਗਾ। ਸੋ ਇਹਦਾ ਮੇਨ ਮੋਟਿਵ ਸੀਗਾ ਰਿਜ਼ਰਵੇਸ਼ਨ ਨੂੰ ਲੈ ਕੇ। ਓਕੇ, ਸੋ ਭਾਰਤੀ ਵੰਡ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਸੀਗਾ, ਇਸ ਕਰਕੇ ਇਹ ਗਲਤ ਹੈ। ਬਟ ਪਾਰਲੀਮੈਂਟੋ ਜਿਹੜਾ ਹੈ ਇਹ ਸੰਪਰਦਾਇਕ ਸੀਗਾ, ਕਿਉਂਕਿ ਮੁਸਲਮਾਨਾਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਗਈਆਂ ਸੀ, ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ। ਉੱਥੇ ਹੀ ਭਾਰਤ ਸਰਕਾਰ ਐਕਟ 1935 ਦੇ ਵਿੱਚ ਸਵੈ ਸ਼ਾਸਨ ਦੀ ਗੱਲ ਕੀਤੀ ਗਈ ਸੀ, ਕੈਬਨਿਟ ਮਿਸ਼ਨ ਦੇ ਅਧੀਨ ਸੰਵਿਧਾਨ ਸਭਾ ਦੀ ਗੱਲ ਕੀਤੀ ਗਈ ਸੀ। ਮੀਨ ਜੇ ਤਿੰਨੋਂ ਪੁਆਇੰਟ ਸਹੀ ਹੈਗੇ ਨੇ, ਬਟ ਸਾਈਮਨ ਕਮਿਸ਼ਨ ਭਾਰਤ ਦੀ ਵੰਡ ਦੇ ਨਾਲ ਰਿਲੇਟਡ ਸੀ, ਇਹ ਗਲਤ ਹੈ ਇਹਨਾਂ ਦੇ ਵਿੱਚੋਂ। 1928 ਦੇ ਵਿੱਚ ਇਹ ਆਇਆ ਸੀਗਾ ਤੇ ਸਾਈਮਨ ਕਮਿਸ਼ਨ ਦੇ ਵਿਰੋਧ ਦੇ ਵਿੱਚ ਹੀ ਜਿਹੜਾ ਹੈ ਸਾਡੇ ਭਾਰਤੀ ਨੇਤਾ ਲਾਲਾ ਲਾਜਪਤ ਰਾਏ ਜੀ ਦੀ ਡੈਥ ਹੋ ਗਈ ਸੀਗੀ, ਉਹਨਾਂ ਦੇ ਉੱਪਰ ਲਾਠੀ ਚਾਰਜ ਕਰ ਦਿੱਤਾ ਸੀਗਾ। ਸੋ ਉਹ ਇਹਨਾਂ ਦੇ ਇਸੇ ਸਾਈਮਨ ਕਮਿਸ਼ਨ ਦੇ ਨਾਲ ਹੀ ਰਿਲੇਟਡ ਸੀਗੇ। ਨੈਕਸਟ ਹੈ ਜੀ 19 ਨੰਬਰ, ਭਾਰਤ ਸਰਕਾਰ ਐਕਟ 1919 ਦੇ ਅਧੀਨ ਵਿਧਾਨ ਪਾਲਿਕਾ ਦੀ ਆਖਰੀ ਚੋਣ ਕਿਹੜੇ ਸਾਲ ਦੇ ਵਿੱਚ ਹੋਈ ਸੀਗੀ? 1930 ਦੇ ਵਿੱਚ, 1934 ਦੇ ਵਿੱਚ, 1945 ਦੇ ਵਿੱਚ ਜਾਂ 1947 ਦੇ ਵਿੱਚ? ਭਾਰਤ ਸਰਕਾਰ ਐਕਟ 1919 ਦੇ ਅਧੀਨ, ਮਤਲਬ ਇਸ ਐਕਟ ਦੇ ਵਿੱਚ ਵਿਧਾਨ ਪਾਲਿਕਾ ਦੀ ਵਿਵਸਥਾ ਕੀਤੀ ਤੇ ਇਸ ਐਕਟ ਦੇ ਅਧੀਨ ਹੀ ਵਿਧਾਨ ਪਾਲਿਕਾ ਦੀ ਆਖਰੀ ਚੋਣ ਕਿਹੜੇ ਸਾਲ ਦੇ ਵਿੱਚ ਹੋਈ ਸੀਗੀ? 1919 ਦੇ ਐਕਟ ਦੇ ਅਧੀਨ ਹੋਈ ਸੀਗੀ। ਸੋ ਇਹ 1945 ਦੇ ਵਿੱਚ ਇਹ ਲਾਸਟ ਚੋਣ ਹੁੰਦੀ ਹੈ ਇਸ ਦੀ। ਨੈਕਸਟ ਹੈ ਕੁਐਸਚਨ ਨੰਬਰ 20, ਸਰਬ ਭਾਰਤੀ ਸੰਘ ਜਿਹਨੂੰ ਅਖਿਲ ਭਾਰਤੀ ਸੰਘ ਵੀ ਕਹਿ ਦਿੰਦੇ ਹੈਗੇ ਆ, ਇਹਦੀ ਸਥਾਪਨਾ ਦੀ ਵਿਵਸਥਾ ਹੇਠ ਲਿਖਿਆਂ ਦੇ ਵਿੱਚੋਂ ਕਿਸ ਲਿਖਿਆਂ ਨੂੰ ਸ਼ਾਮਲ ਕੀਤਾ ਗਿਆ? ਸਥਾਪਨਾ ਦੀ ਜਾਂ ਵਿਵਸਥਾ ਨੂੰ? ਭਾਰਤ ਸਰਕਾਰ ਐਕਟ 1935, ਅਗਸਤ ਪ੍ਰਸਤਾਵ 1940, ਭਾਰਤ ਸਰਕਾਰ ਐਕਟ 1919 ਜਾਂ ਫਿਰ ਕੈਬਨਿਟ ਮਿਸ਼ਨ 1946? ਸਰਬ ਭਾਰਤੀ ਸੰਘ ਜਾਂ ਅਖਿਲ ਭਾਰਤੀ ਸੰਘ ਦੀ ਸਥਾਪਨਾ ਕੀਤੀ ਗਈ ਹੈ ਜੀ ਭਾਰਤ ਸਰਕਾਰ ਐਕਟ 1935। ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ ਸਰਬ ਭਾਰਤੀ ਸੰਘ ਦੀ ਵਿਵਸਥਾ ਕਰ ਦਿੱਤੀ ਗਈ ਸੀ। ਨੈਕਸਟ ਹੈ ਜੀ 21 ਨੰਬਰ, ਇਹਨਾਂ ਦੇ ਵਿੱਚੋਂ ਕਿਹੜੇ ਐਕਟ ਨੇ ਕੇਂਦਰ ਦੇ ਵਿੱਚ ਦੋਹਰੇ ਸ਼ਾਸਨ ਪ੍ਰਣਾਲੀ ਦੀ ਵਿਵਸਥਾ ਕੀਤੀ ਸੀ? ਭਾਰਤ ਸਰਕਾਰ ਐਕਟ 1935, ਭਾਰਤ ਸਰਕਾਰ ਐਕਟ 1919, ਭਾਰਤੀ ਪ੍ਰੀਸ਼ਦ ਐਕਟ 1909, ਭਾਰਤੀ ਪ੍ਰੀਸ਼ਦ ਐਕਟ 1892। ਸੋ ਸਹੀ ਆਨਸਰ ਇਹਦਾ ਰਹੂਗਾ ਜੀ ਇਹ ਭਾਰਤੀ ਸਰਕਾਰ ਐਕਟ 1935 ਦੇ ਅਧੀਨ ਭਾਰਤ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਦੀ ਜਿਹੜੀ ਹੈ ਉਹ ਵਿਵਸਥਾ ਕੀਤੀ ਗਈ ਸੀ। ਤੇ ਨਾਲ ਹੀ ਇੱਥੇ ਯਾਦ ਰੱਖਿਓ ਸੰਘੀ ਸ਼ਾਸਨ ਪ੍ਰਣਾਲੀ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਇਸੇ ਐਕਟ ਦੇ ਅਧੀਨ ਆਉਂਦੀ ਹੈਗੀ ਸੰਘੀ ਸ਼ਾਸਨ ਪ੍ਰਣਾਲੀ। ਓਕੇ, ਸੰਘੀ ਸ਼ਾਸਨ ਪ੍ਰਣਾਲੀ ਵੀ ਜਿਹੜੀ ਹੈ ਉਹ ਇਸੇ ਐਕਟ ਦੇ ਅਧੀਨ ਸਭ ਤੋਂ ਪਹਿਲਾਂ ਆਉਂਦੀ ਹੈ। ਨੈਕਸਟ ਹੈ ਜੀ 22 ਨੰਬਰ, ਸੰਘੀ ਪ੍ਰਣਾਲੀ ਦਾ ਪਹਿਲਾ ਯਤਨ ਭਾਰਤ ਸਰਕਾਰ ਐਕਟ ਡੈਸ਼ ਦੇ ਦੁਆਰਾ ਕੀਤਾ ਗਿਆ ਹੈ? 1909 ਦੇ ਐਕਟ ਦੇ ਵਿੱਚ, 1919 ਦੇ ਐਕਟ ਦੇ ਵਿੱਚ, 1935 ਦੇ ਐਕਟ ਦੇ ਵਿੱਚ ਜਾਂ 1947 ਦੇ ਐਕਟ ਦੇ ਵਿੱਚ? ਸੰਘੀ ਪ੍ਰਣਾਲੀ ਦਾ ਪਹਿਲਾ ਯਤਨ ਭਾਰਤ ਸਰਕਾਰ ਦੇ ਐਕਟ 1935 ਦੇ ਅਧੀਨ ਕੀਤਾ ਗਿਆ ਸੀ। ਇਸੇ ਐਕਟ ਦੇ ਅਧੀਨ ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਸੰਘੀ ਸ਼ਾਸਨ ਜਿਹੜਾ ਹੈ ਉਹ ਹੋਣ ਦੇ ਵਿੱਚ ਹੈ ਸੀ। ਲਾਸਟ ਕੁਐਸਚਨ ਜਿਵੇਂ ਤੁਹਾਨੂੰ ਦੱਸਿਆ ਸੀ। ਨੈਕਸਟ ਹੈ ਕੁਐਸਚਨ ਨੰਬਰ 23, ਪ੍ਰਾਂਤ ਦੀ ਖੁਦ ਮੁਖਤਿਆਰੀ ਯਾਨੀ ਸਵੈ ਸ਼ਾਸਨ ਕਿਸ ਐਕਟ ਦੀ ਮੁੱਖ ਵਿਸ਼ੇਸ਼ਤਾ ਹੈ? 1935 ਦੇ ਦੀ, 1919 ਦੇ, 1904 ਦੀ ਜਾਂ 1858 ਦੀ? ਪ੍ਰਾਂਤਾਂ ਯਾਨੀ ਰਾਜਾਂ ਦੀ ਜਿਹੜੀ ਖੁਦ ਮੁਖਤਿਆਰੀ ਹੈ ਕਿ ਸਵੈ ਸ਼ਾਸਨ ਦੀ ਗੱਲ ਕੀਤੀ ਗਈ ਸੀ, ਇਹ ਕਿਹੜੇ ਐਕਟ ਦੇ ਵਿੱਚ ਸੀ ਜੀ? ਇਸ
ਸਾਲ 1935 ਦੇ ਵਿੱਚ ਜਿਹੜਾ ਭਾਰਤ ਸਰਕਾਰ ਐਕਟ ਪਾਸ ਹੋਇਆ ਸੀ ਉਸੇ ਦੇ ਵਿੱਚ ਹੀ ਵਿਵਸਥਾ ਕੀਤੀ ਗਈ ਸੀ ਕਿ ਪ੍ਰਾਂਤਾਂ ਸਵੈ ਸ਼ਾਸਨ ਕਰਨਗੀਆਂ, ਖੁਦ ਮੁਖਤਿਆਰੀ ਕਰਨਗੀਆਂ। ਓਕੇ, ਨੈਕਸਟ ਹੈ ਜੀ 24 ਨੰਬਰ, ਭਾਰਤ ਦੇ ਵਿੱਚ 77 ਦਾ ਆਉਂਦਾ ਇਸ ਦੁਆਰਾ ਬਣਾਇਆ ਗਿਆ ਸੀ। ਮਾਰਲੇ-ਮਿੰਟੋ ਸੁਧਾਰ 1909 ਦੇ ਵਿੱਚ, ਭਾਰਤ ਸਰਕਾਰ ਐਕਟ 1858 ਦੇ ਵਿੱਚ, ਭਾਰਤੀ ਪ੍ਰੀਸ਼ਦ ਐਕਟ 1861 ਦੇ ਵਿੱਚ, ਜਾਂ ਮੌਂਟੇਗਿਊ ਚੇਮਸਫੋਰਡ ਸੁਧਾਰ 1919। 77 ਦਾ ਆਉਂਦਾ ਭਾਰਤ ਦੇ ਵਿੱਚ ਕਿਸ ਐਕਟ ਦੇ ਦੁਆਰਾ ਆਇਆ ਸੀਗਾ ਜੀ? ਸੋ ਇਹ ਆਇਆ ਸੀਗਾ ਜੀ ਭਾਰਤ ਸਰਕਾਰ ਐਕਟ 1858। ਇਸ ਐਕਟ ਦੇ ਅਧੀਨ ਭਾਰਤ ਦੇ ਵਿੱਚ 77 ਦੀ ਵਿਵਸਥਾ ਕੀਤੀ ਗਈ ਸੀਗੀ। ਨੈਕਸਟ ਹੈ ਜੀ 25 ਨੰਬਰ, ਭਾਰਤ ਸਰਕਾਰ ਦੇ ਕਿਹੜੇ ਐਕਟ ਦੇ ਅਧੀਨ ਕੁਝ ਚੁਣੀਆਂ ਹੋਈਆਂ ਪ੍ਰਤੀਨਿਧਤਾਵਾਂ ਨੂੰ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਮਨਜ਼ੂਰ ਕੀਤਾ ਗਿਆ ਸੀ? ਭਾਰਤ ਸਰਕਾਰ ਐਕਟ 1858 ਦੇ ਅਧੀਨ, ਭਾਰਤ ਸਰਕਾਰ ਐਕਟ 1909 ਦੇ ਵਿੱਚ, ਭਾਰਤ ਸਰਕਾਰ ਐਕਟ 1919 ਦੇ ਵਿੱਚ, ਜਾਂ ਭਾਰਤ ਸਰਕਾਰ ਐਕਟ 1935 ਦੇ ਵਿੱਚ। ਸੋ ਇਹਦਾ ਆਨਸਰ ਸਹੀ ਹੈ ਜੀ ਬੀ, ਭਾਰਤੀ ਸਰਕਾਰ ਐਕਟ 1909 ਦੇ ਵਿੱਚ ਭਾਰਤ ਸਰਕਾਰ ਦੇ ਵਿੱਚ ਕੁਝ ਚੁਣੀਆਂ ਹੋਈਆਂ ਪ੍ਰਤੀਨਿਧਤਾਵਾਂ ਨੂੰ ਪਹਿਲੀ ਵਾਰ ਵਿਧਾਨ ਸਭਾ ਦੇ ਵਿੱਚ ਮਨਜ਼ੂਰ ਕੀਤਾ ਗਿਆ ਸੀਗਾ। ਓਕੇ, ਕੁਝ ਚੁਣੀਆਂ ਹੋਈਆਂ ਨੂੰ, ਮੇਨ ਨੂੰ। ਨੈਕਸਟ ਹੈ 26 ਨੰਬਰ, ਭਾਰਤ ਸਰਕਾਰ ਐਕਟ 1935 ਦੇ ਦੁਆਰਾ ਸਥਾਪਿਤ ਸੰਘ ਦੇ ਵਿੱਚ ਵਿਸ਼ੇਸ਼ ਸ਼ਕਤੀਆਂ ਕਿਸ ਨੂੰ ਦਿੱਤੀਆਂ ਗਈਆਂ ਸੀਗੀਆਂ? ਕੇਂਦਰ ਦੇ ਵਿੱਚ ਗੱਲ ਹੋ ਰਹੀ ਹੈ, ਸੋ ਕਿਸ ਨੂੰ ਦਿੱਤੀਆਂ ਸੀ? ਸੰਘੀ ਵਿਧਾਨ ਸਭਾ ਨੂੰ, ਗਵਰਨਰ ਜਨਰਲ ਨੂੰ, ਪ੍ਰਾਂਤਿਕ ਵਿਧਾਨ ਮੰਡਲ ਨੂੰ, ਜਾਂ ਪ੍ਰਾਂਤਿਕ ਗਵਰਨਰ ਨੂੰ। 1935 ਦੇ ਐਕਟ ਦੇ ਅਧੀਨ ਭਾਰਤ ਦੇ ਵਿੱਚ ਸੰਘ ਦੇ ਦੁਆਰਾ ਜਿਹੜੀਆਂ ਸੰਘ ਸ਼ਕਤੀਆਂ ਸੀਗੀਆਂ, ਸੈਂਟਰ ਦੀਆਂ ਜਿਹੜੀਆਂ ਸ਼ਕਤੀਆਂ ਸੀ ਉਹ ਦਿੱਤੀਆਂ ਹੋਈਆਂ ਸੀ ਭਾਰਤ ਦੇ ਗਵਰਨਰ ਜਨਰਲ ਨੂੰ। ਉਹੀ ਸਾਰਾ ਕੰਟਰੋਲ ਕਰਦਾ ਹੁੰਦਾ ਸੀ। ਇਹ 1935 ਦੇ ਐਕਟ ਦੇ ਅਧੀਨ ਹੀ ਹੋਇਆ ਸੀਗਾ। ਨੈਕਸਟ ਹੈ ਜੀ ਕੁਐਸਚਨ ਨੰਬਰ 27, ਕਿਹੜੇ ਐਕਟ ਨੂੰ ਮੌਂਟੇਗਿਊ ਚੇਮਸਫੋਰਡ ਸੁਧਾਰ ਕਿਹਾ ਗਿਆ ਹੈ? ਭਾਰਤੀ ਸੁਤੰਤਰਤਾ ਐਕਟ 1947, ਭਾਰਤੀ ਸਰਕਾਰ ਐਕਟ 1919, ਪਿਟਸ ਇੰਡੀਆ ਐਕਟ 1784, ਜਾਂ ਫਿਰ ਚਾਰਟਰ ਐਕਟ 1813। ਸੋ ਇਹ ਐਕਟ ਦਾ ਨਾਮ ਹੈ ਜੀ ਭਾਰਤ ਸਰਕਾਰ ਐਕਟ 1919। ਇਸ ਐਕਟ ਦੇ ਨਾਮ ਨੂੰ ਜੇ ਆਪਾਂ ਗੱਲ ਕਰੀਏ, ਜਾਂ ਦੂਸਰਾ ਨਾਮ ਜਿਹੜਾ ਦਿੱਤਾ ਹੋਇਆ ਉਹ ਮੌਂਟੇਗਿਊ ਚੇਮਸਫੋਰਡ ਸੁਧਾਰ ਹੈ, ਕਿਉਂਕਿ ਇਸ ਸਮੇਂ ਦੇ ਦੌਰਾਨ ਕਾਫੀ ਸਾਰੇ ਜਿਹੜੇ ਸੁਧਾਰ ਕੀਤੇ ਗਏ ਸੀ। ਪਹਿਲੀ ਵਾਰ ਉਦਾਰਵਾਦੀ ਸ਼ਾਸਨ ਦੀ ਸ਼ੁਰੂਆਤ ਕੀਤੀ ਸੀਗੀ। ਇਸ ਤੋਂ ਇਲਾਵਾ 2 ਸਦਨੀ ਵਿਧਾਨ ਮੰਡਲ ਦੀ ਵਿਵਸਥਾ ਕੀਤੀ ਗਈ ਸੀ, ਵਿਧਾਨ ਸਭਾ ਦੀ ਗੱਲ ਕੀਤੀ ਗਈ ਸੀਗੀ। ਓਕੇ, ਪ੍ਰਾਂਤਾਂ ਦੇ ਵਿੱਚ 2 ਪ੍ਰਕਾਰ ਦੀ ਸ਼ਾਸਨ ਪ੍ਰਣਾਲੀ ਵੀ ਜਿਹੜੀ ਹੈ ਉਹ ਇਸੇ ਦੇ ਅਧੀਨ ਕੀਤੀ ਗਈ ਸੀ। ਇਸਤਰੀਆਂ ਨੂੰ ਵੋਟ ਦੇਣ ਦਾ ਅਧਿਕਾਰ ਸੀਗਾ ਜਿਹੜਾ, ਉਹ ਵੀ ਇਸੇ ਐਕਟ ਦੇ ਅਧੀਨ ਦਿੱਤਾ ਗਿਆ ਸੀ। ਇਸੇ ਕਰਕੇ ਇਹਨੂੰ ਮੌਂਟੇਗਿਊ ਚੇਮਸਫੋਰਡ ਸੁਧਾਰ ਦੇ ਨਾਮ ਨਾਲ ਜਾਣਦੇ ਹੈਗੇ ਆ। ਓਕੇ, ਸੋ ਇਹ ਸੀ ਆਪਣਾ ਇਹਦਾ ਸੈਸ਼ਨ ਵੀ, ਜਿਸ ਦੇ ਵਿੱਚ ਆਪਾਂ ਕੌਨਸਟੀਟਿਊਸ਼ਨ ਦੇ ਹਿਸਟਰੀ ਦੇ ਨਾਲ ਰਿਲੇਟਡ ਕੁਝ ਐਕਟ ਜਿਹੜੇ ਆ ਉਹ ਸਮਝੇ ਹੈਗੇ ਆ। ਉਮੀਦ ਕਰਦਾ ਤੁਹਾਨੂੰ ਕਾਫੀ ਜ਼ਿਆਦਾ ਹੈਲਪਫੁਲ ਮਿਲੂਗੀ ਇਹਨਾਂ ਦੇ ਵਿੱਚੋਂ। ਔਰ ਜਿਨ੍ਹਾਂ ਬੱਚਿਆਂ ਨੂੰ ਕਲਾਸ ਅੱਛੀ ਲੱਗਦੀ ਹੁੰਦੀ ਹੈ ਪਲੀਜ਼ ਉਹ ਵੀਡੀਓ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਆ ਕਰੋ, ਅਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਵੀ ਦਿਆ ਕਰੋ ਅਗਰ ਕਿਸੇ ਤਰ੍ਹਾਂ ਦੀ ਕੋਈ ਕਮੀ ਲੱਗਦੀ ਹੈ। ਔਰ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।